ਰਾਮ ਕਲੀ ਰਾਗ ਵਿੱਚ ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਬਦ ਪ੍ਰਾਰੰਭ ਹੋ ਰਹੇ ਨੇ। ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਵਾਜ ਸਤਿਗੁਰੂ, ਜਿਨ੍ਹਾਂ ਦਾ ਕੱਲ 1 ਮਈ ਨੂੰ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ, 400 ਸਾਲਾ ਪ੍ਰਕਾਸ਼ ਪੁਰਬ ਦਿਹਾੜਾ, ਸ਼ਤਾਬਦੀ ਦਾ ਦਿਨ ਹੈ। ਇਸੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਆਪਾਂ ਕੁਝ ਦਿਨ ਪਹਿਲਾਂ ਪ੍ਰਾਰੰਭ ਕੀਤੀ ਸੀ। ਰਾਮ ਕਲੀ ਰਾਗ ਵਿੱਚ ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 3 ਸ਼ਬਦ ਨੇ। 901 ਅੰਗ ਤੋਂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਪ੍ਰਾਰੰਭ ਹੁੰਦੇ ਹਨ। ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੂਪ ਆਪਣੇ ਹਿਰਦੇ 'ਚ ਵਸਾ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਰਾਗ ਵਿੱਚ ਸਤਿਗੁਰਾਂ ਦੇ ਸ਼ਬਦ ਪ੍ਰਾਰੰਭ ਹੋ ਰਹੇ ਨੇ। ਇਸ ਕਰਕੇ ਗੁਰਦੇਵ ਨੇ ਪਹਿਲਾਂ ਮੰਗਲਾਚਰਨ ਕੀਤਾ। 1 ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਾਰਿਆਂ ਦਾ ਪ੍ਰਕਾਸ਼ਕ ਹੈ, ਇੱਕ ਅਦੁੱਤੀ, ਸਜਾਤੀ ਵਿਜਾਤੀ ਔਰ ਸਾਵਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਅੱਗੇ ਸਰਲੇਖ ਆਰੰਭਦੇ ਹਨ। ਰਾਗ ਰਾਮ ਕਲੀ ਮਹੱਲਾ ਨਾਵਾ ਤੇ ਪਦੇ। ਰਾਗ ਰਾਮ ਕਲੀ ਹੈ। ਰਾਮ ਕਲੀ ਰਾਗ ਬੜਾ ਪਿਆਰਾ ਰਾਗ ਮਹਾਰਾਜ ਜੀ ਦਾ, ਯੋਗੀਆਂ ਦਾ ਰਾਗ ਕਿਹਾ ਜਾਂਦਾ ਹੈ। ਸਿੱਧਾਂ ਨਾਲ, ਯੋਗੀਆਂ ਨਾਲ ਮਹਾਰਾਜ ਜੀ ਦੀ ਜਿਹੜੀ ਚਰਚਾ ਹੋਈ ਆ, ਬਹੁਤੇ ਸ਼ਬਦ ਰਾਗ ਰਾਮ ਕਲੀ ਵਿੱਚ ਸਤਿਗੁਰਾਂ ਨੇ ਦਰਜ ਕੀਤੇ ਨੇ। ਸਿੱਧ ਗੋਸ਼ਟ ਨਾਮਕ ਬਾਣੀ ਜੋ ਮਹਾਰਾਜ ਜੀ ਦੀ ਸਿੱਧਾਂ ਨਾਲ ਵਾਰਤਾ ਹੋਈ ਆ, ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਦੀ, ਉਹ ਬਾਣੀ ਵੀ ਰਾਗ ਰਾਮ ਕਲੀ ਦੇ ਵਿੱਚ ਮਹਾਰਾਜ ਜੀ ਨੇ ਦਰਜ ਕੀਤੀ। ਤੋ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਗ ਰਾਮ ਕਲੀ ਵਿੱਚ ਮਹੱਲਾ ਨਾਵਾਂ ਨੌਵੇਂ ਪਾਤਸ਼ਾਹ ਸ਼ਬਦ ਉਚਾਰਦੇ ਨੇ ਤੇ ਪਦੇ, 3 ਪਦਿਆਂ ਵਾਲੇ ਇਹ ਸ਼ਬਦ ਨੇ। ਅੱਗੇ ਕੱਲ ਰਾਗ ਬਿਲਾਵਲ ਵਿੱਚ ਜਿਹੜੇ ਆਪਾਂ ਸ਼ਬਦ ਵਿਚਾਰੇ ਨੇ, ਕੱਲ ਉਹ ਸ਼ਬਦ 2 ਪਦਿਆਂ ਵਾਲੇ ਸਨ। ਉੱਥੇ ਆਇਆ ਸੀ 2 ਪਦੇ, ਇੱਥੇ ਤੇ ਪਦੇ, ਯਾਨੀ ਕਿ 3 ਬੰਦ ਨੇ। ਜਿਵੇਂ ਆਮ ਕਰਕੇ ਆਪਾਂ ਪੌੜੀਆਂ ਨਹੀਂ ਕਹਿ ਦਿੰਦੇ, ਵੈਸੇ ਪੌੜੀਆਂ ਵਾਰਾਂ ਵਿੱਚ ਹੁੰਦੀਆਂ ਨੇ, ਪਰ ਜਿਵੇਂ ਆਪਾਂ ਆਮ ਸ਼ਬਦਾਂ ਵਿੱਚ ਵੀ ਇੰਨੀਆਂ ਪੌੜੀਆਂ, 5 ਪੌੜੀਆਂ ਹੋ ਗਈਆਂ, 6 ਹੋ ਗਈਆਂ, ਉਹਦੇ ਮੁਤਾਬਕ ਵੈਸੇ ਪਦੇ ਹੁੰਦੇ ਆ। ਤੋ 3 ਪਦੇ ਨੇ, ਯਾਨੀ ਕਿ 3 ਬੰਦ ਨੇ, ਜਾਂ ਆਪਣੀ ਬੋਲੀ ਵਿੱਚ ਆਪਾਂ ਜੋ ਬੋਲਦੇ ਆ 3 ਪੌੜੀਆਂ ਵਾਲੇ ਸ਼ਬਦ ਨੇ। ਤੋ 3 ਪਦਿਆਂ ਵਾਲੇ ਸ਼ਬਦ ਮਹਾਰਾਜ ਜੀ ਦੇ ਪ੍ਰਾਰੰਭ ਹੁੰਦੇ ਹਨ। ਰੇ ਮਨ ਓਟ ਲਿਹੋ ਹਰ ਨਾਮਾ। ਏ ਮੇਰਿਆ ਮਨਾ, ਹਰੀ ਦੇ ਨਾਮ ਦੀ ਓਟ ਲੈ ਲੈ, ਕਿਉਂਕਿ ਮਨ ਨੂੰ ਓਟ ਤੋਂ ਬਿਨਾਂ ਟਿਕਾਣਾ ਨਹੀਂ ਮਿਲਣਾ। ਓਟ ਤੋਂ ਬਿਨਾਂ ਇਸ ਮਨ ਨੂੰ ਇਕਾਗਰਤਾ ਦੀ ਪ੍ਰਾਪਤੀ ਨਹੀਂ ਹੋਣੀ, ਔਰ ਜਦੋਂ ਤੱਕ ਮਨ ਇਕਾਗਰ ਨਾ ਹੋਵੇ ਉਦੋਂ ਤੱਕ ਗੱਲ ਨਹੀਂ ਬਣਨੀ। ਤੋ ਰਾਮ ਦੇ ਨਾਮ ਦੁਆਰਾ ਮਨ ਦੀ ਇਕਾਗਰਤਾ ਬਣਨੀ ਹੈ।
ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਵੇਂ ਜਿਵੇਂ ਨਾਮ ਦੀ ਕਮਾਈ ਕਰਦੇ ਆ, ਨਾਮ ਦੀ ਸਾਧਨਾ ਕਰਦੇ ਆ, ਤਿਵੇਂ ਤਿਵੇਂ ਮਨ ਦੀ ਇਕਾਗਰਤਾ ਹੁੰਦੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਬੜੀ ਵੱਡੀ ਓਟ ਤੇ ਬੜਾ ਵੱਡਾ ਆਸਰਾ ਹੈ ਸਾਡੇ ਇਸ ਮਨ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ। ਇਸ ਕਰਕੇ ਕਹਿੰਦੇ ਰੇ ਮੇਰਿਆ ਮਨਾ, ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਓਟ ਲੈ। ਇਹੀ ਓਟ ਹੈ ਜਿਹੜੀ ਦੋਹਾਂ ਜਹਾਨਾਂ ਵਿੱਚ ਤੇਰੇ ਨਾਲ ਨਿਭਣੀ ਹੈ। ਅਸੀਂ ਓਟ ਲੱਭਦੇ ਹਾਂ ਦੁਨੀਆ ਦੇ ਲੋਕਾਂ ਦੀ, ਅਸੀਂ ਓਟ ਲੱਭਦੇ ਹਾਂ ਝੂਠਿਆਂ ਦੀ। ਝੂਠਿਆਂ ਦੀ ਓਟ ਤੇ ਝੂਠਿਆਂ ਦਾ ਆਸਰਾ ਵੀ ਝੂਠਾ ਹੁੰਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਮੇਰਿਆ ਮਨਾ, ਤੂੰ ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਓਟ ਲੈ ਲੈ। ਜਾ ਕੈ ਸਿਮਰਨ ਦੁਰਮਤ ਨਾਸੈ, ਪਾਵਹਿ ਪਦ ਨਿਰਬਾਨਾ। ਜਿਸ ਦਾ ਸਿਮਰਨ ਕੀਤਿਆਂ ਤੇਰੀ ਖੋਟੀ ਮਤ ਬਿਨਸੇਗੀ। ਰਾਮ ਦੇ ਨਾਮ ਦੀ ਓਟ ਲੈ। ਤੇ ਮਹਾਰਾਜ ਜੀ ਕਹਿੰਦੇ ਰਾਮ ਦੇ ਨਾਮ ਦੇ ਸਿਮਰਨ ਦੀ ਬਰਕਤ ਇਹ ਹੈ ਕਿ ਜਦੋਂ ਤੂੰ ਰਾਮ ਦਾ ਨਾਮ ਸਿਮਰੇਗਾ ਤੇ ਉਹਦੇ ਸਿਮਰਨ ਦੁਆਰਾ ਤੇਰੀ ਭੈੜੀ ਤੇ ਖੋਟੀ ਮਤ ਬਿਨਸੇਗੀ। ਦੁਰਮਤ, ਦੁਰਮਤ ਦਾ ਮਤਲਬ ਹੁੰਦਾ ਭੈੜੀ ਤੇ ਖੋਟੀ ਮਤ। ਇਹ ਬਿਨਸੇਗੀ, ਇਹਦਾ ਨਾਸ ਹੋਵੇਗਾ। ਔਰ ਰਾਮ ਨਾਮ ਦੀ ਬਰਕਤ ਸਦਕਾ ਤੈਨੂੰ ਨਿਰਵਾਣ ਪਦਵੀ ਦੀ ਪ੍ਰਾਪਤੀ ਹੋਵੇਗੀ। ਪਾਵਹਿ ਪਦ ਨਿਰਬਾਨਾ। ਨਿਰਵਾਣ ਪਦਵੀ, ਨਿਰਵਾਣ ਪਦਵੀ ਕਿੱਥੇ ਕਿਹੜੀ ਹੈ? ਜਿੱਥੇ ਜਾ ਕੇ ਕੋਈ ਆਦਤ ਨਾ ਰਹੇ, ਉਹਨੂੰ ਕਹਿੰਦੇ ਆ ਨਿਰਵਾਣ। ਇੱਕ ਰਸ ਅਵਸਥਾ, ਇੱਕ ਰਸ ਅਵਸਥਾ ਨੂੰ ਨਿਰਵਾਣ ਪਦਵੀ ਕਹਿੰਦੇ ਆ। ਜਿੱਥੇ ਜਾ ਕੇ ਹਰਖ ਸੋਗ ਮਾਣ ਅਪਮਾਨ ਦੋਨਾਂ ਵਿੱਚ ਇੱਕ ਰਸ, ਇੱਕ ਸਮਾਨ ਬਿਰਤੀ ਬਣੀ ਰਹੇ, ਉਹਨੂੰ ਨਿਰਵਾਣ ਪਦਵੀ ਕਹਿੰਦੇ। ਪਾਤਸ਼ਾਹ ਕਹਿੰਦੇ ਆ ਜਦੋਂ ਤੂੰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰੇਗਾ, ਖੋਟੀ ਮਤ ਦਾ ਨਾਸ ਹੋਵੇਗਾ, ਉੱਥੇ ਤੈਨੂੰ ਨਿਰਵਾਣ ਪਦਵੀ ਦੀ ਦਾਤ ਪ੍ਰਾਪਤ ਹੋਵੇਗੀ। ਇੱਕ ਰਸ ਨਿਰੰਤਰ ਜਿਹੜੀ ਅਵਸਥਾ ਬਣੀ ਰਹਿੰਦੀ ਹੈ, ਉਹ ਅਵਸਥਾ ਤੈਨੂੰ ਸਿਮਰਨ ਵਿੱਚੋਂ ਹੀ ਪ੍ਰਾਪਤ ਹੋਵੇਗੀ। ਰਹਾਉ ਬੜ ਭਾਗੀ ਤਿਹ ਜਨ ਕੋ ਜਾਨਹੁ, ਜੋ ਹਰ ਕੇ ਗੁਣ ਗਾਵੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਉਹ ਜਨ ਵੱਡਿਆਂ ਭਾਗਾ ਵਾਲਾ ਹੈ। ਉਸ ਬੰਦੇ ਦੇ, ਉਸ ਜੀਵ ਦੇ, ਉਸ ਜਨ ਦੇ ਵੱਡੇ ਭਾਗ ਨੇ। ਕਿਸ ਦੇ? ਜਿਹੜਾ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਇਨ ਕਰਦਾ। ਜੋ ਹਰ ਕੇ ਗੁਣ ਗਾਵੇ, ਜਿਹੜਾ ਹਰੀ ਦੇ ਗੁਣ ਗਾਇਨ ਕਰਦਾ, ਉਹਦੇ ਵੱਡੇ ਭਾਗ ਨੇ। ਉਹਦੇ ਵੀ ਵੱਡੇ ਭਾਗ ਨੇ ਜਿਹੜਾ ਆਪਣੇ ਮਨ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਓਟ ਲੈਂਦਾ। ਰੇ ਮਨ ਓਟ ਲਿਓ ਹਰ ਨਾਮਾ, ਰੇ ਮਨ ਓਟ ਲਿਓ ਹਰ ਨਾਮਾ, ਰੇ ਮਨ ਓਟ ਲਿਓ ਹਰ ਨਾਮਾ, ਰੇ ਮਨ ਓਟ ਲਿਓ ਹਰ ਨਾਮਾ। ਰੇ ਮਨ ਓਟ ਲਿਓ ਹਰ ਨਾਮਾ, ਰੇ ਮਨ ਓਟ ਲਿਓ ਹਰ ਨਾਮਾ, ਰੇ ਮਨ ਓਟ ਲਿਓ ਹਰ ਨਾਮਾ, ਰੇ ਮਨ ਓਟ ਲਿਓ ਹਰ ਨਾਮਾ। ਹਰੀ ਦੇ ਨਾਮ ਦੀ ਓਟ ਲੈ ਮੇਰਿਆ ਮਨਾ। ਇਸ ਨਾਮ ਦੀ ਬਰਕਤ ਇਹ ਹੈ ਕਿ ਤੈਨੂੰ ਪਰਮ ਪਦਵੀ ਪ੍ਰਾਪਤ ਹੋਵੇਗੀ। ਉਸ ਜਨ ਦੇ ਵੱਡੇ ਭਾਗ ਨੇ ਜਿਹੜਾ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦਾ। ਹਾਂਜੀ। ਜਨਮ ਜਨਮ ਕੇ ਪਾਪ ਖੋਏ ਕੈ, ਫੁਨ ਬੈਕੁੰਠ ਸਿਧਾਵੈ। ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨ ਦਾ ਫਲ ਇਹ ਹੈ ਕਿ ਜਨਮਾਂ ਜਨਮਾਂ ਦੇ ਪਾਪ ਖੋਏ ਜਾਂਦੇ ਨੇ, ਜਨਮਾਂ ਜਨਮਾਂ ਦੇ ਪਾਪਾਂ ਦਾ ਨਾਸ ਹੋ ਜਾਂਦਾ। ਜਦੋਂ ਕੋਈ ਮਾਈ ਭਾਈ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦਾ,
ਮਹਾਰਾਜ ਜੀ ਕਹਿੰਦੇ ਭਾਈ ਉਹਦੇ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਖੋਏ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਨੇ। ਔਰ ਫੁਨ ਬੈਕੁੰਠ ਸਿਧਾਵੈ, ਫਿਰ ਉਹ ਬੈਕੁੰਠ ਯਾਨੀ ਕਿ ਜਿੱਥੇ ਕੁੰਠਾ ਨਹੀਂ ਹੈ ਉਹਨੂੰ ਬੈਕੁੰਠ ਕਹਿੰਦੇ ਆ। ਕੁੰਠਾ ਸਾਡੇ ਅੰਦਰ ਬਣੀ ਰਹਿੰਦੀ ਹੈ, ਇਹ ਕਿਵੇਂ ਹੋਵੇਗਾ, ਆਹ ਕਿਵੇਂ ਕਰਾਂਗੇ, ਇਹਨੂੰ ਕੁੰਠਾ ਹੀ ਕਹਿੰਦੇ ਆ ਨਾ। ਤੂੰ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜਿੱਥੇ ਬਹਿ ਕੇ ਉਹ ਸਾਰੇ ਸੰਸਾਰ ਦੇ ਜੀਵਾਂ ਦੀ ਪਾਲਣਾ ਕਰਦਾ, ਕਹਿੰਦੇ ਉਸ ਥਾਂ ਦੇ ਉੱਤੇ ਜਿੱਥੇ ਨਿਰੰਕਾਰ ਦਾ ਵਾਸਾ ਹੈ ਉੱਥੇ ਭਾਈ ਤੈਨੂੰ ਉਸ ਜਗ੍ਹਾ ਤੇ ਨਿਵਾਸ ਪ੍ਰਾਪਤ ਹੋਵੇਗਾ ਜਿੱਥੇ ਕਿਸੇ ਪ੍ਰਕਾਰ ਦੀ ਦੁਬਿਧਾ ਨਹੀਂ ਹੈ, ਜਿੱਥੇ ਕਿਸੇ ਪ੍ਰਕਾਰ ਦੀ ਦਵੈਸ਼ ਨਹੀਂ ਹੈ, ਜਿੱਥੇ ਕਿਸੇ ਪ੍ਰਕਾਰ ਦਾ ਗਮ ਨਹੀਂ ਹੈ। ਉਸ ਜਗ੍ਹਾ ਦੇ ਵਿੱਚ ਭਾਈ ਤੇਰਾ ਟਿਕਾਣਾ ਹੋਵੇਗਾ ਜਦੋਂ ਤੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਵੇਂਗਾ। ਅਜਾ ਮਲ ਕਉ ਅੰਤ ਕਾਲ ਮਹਿ ਨਾਰਾਇਣ ਸੁਧ ਆਈ। ਮਹਾਰਾਜ ਜੀ ਨੇ ਅਜਾ ਮਲ ਦਾ, ਗਨਕਾ ਦਾ, ਗੱਜ ਦਾ ਆਪਣੀ ਬਾਣੀ ਵਿੱਚ ਬਾਰ-ਬਾਰ ਇਹਦੇ ਪ੍ਰਮਾਣ ਦਿੱਤੇ ਹੈ। ਕੱਲ ਵੀ ਮਹਾਰਾਜ ਜੀ ਨੇ ਅਜਾ ਮਲ ਦਾ ਜ਼ਿਕਰ ਕੀਤਾ, ਗਣਕਾ ਦਾ ਜ਼ਿਕਰ ਕੀਤਾ ਸੀ। ਇਹ ਉਦਾਹਰਨਾਂ, ਇਹ ਪ੍ਰਮਾਣ ਸਤਿਗੁਰੂ ਜੀ ਬਾਰ-ਬਾਰ ਦਿੰਦੇ ਹੈ ਕਿ ਸਾਡੀ ਸਿਮਰਤੀ ਵਿੱਚ, ਸਾਡੀ ਸੁਰਤੀ ਵਿੱਚ ਇਹ ਬਚਨ ਵਸ ਜਾਣ। ਮਹਾਰਾਜ ਜੀ ਕਹਿੰਦੇ ਵੇਖੋ ਅਜਾ ਮਲ ਨੂੰ ਆਪਣੇ ਅੰਤਮ ਸਮੇਂ ਨਾਰਾਇਣ ਦੀ ਸੁਧ ਆਈ। ਅੰਤ ਕਾਲ ਮੈਂ, ਜਦੋਂ ਉਹਦਾ ਅੰਤਲਾ ਸਮਾਂ ਆ ਰਿਹਾ ਸੀ, ਅੰਤਲੇ ਸਾਹ ਆ ਰਹੇ ਸਨ, ਆਪਣੇ ਅੰਤਲੇ ਸਮੇਂ ਦੇ ਦੌਰਾਨ ਉਹਨੂੰ ਨਾਰਾਇਣ ਚੇਤੇ ਆਇਆ। ਸਾਰੀ ਜ਼ਿੰਦਗੀ ਤਾਂ ਵਿਕਾਰ ਭੋਗਦਾ ਰਿਹਾ ਉਹ, ਪਰ ਉਹਦੇ ਕੋਈ ਪੂਰਬਲੇ ਜਨਮਾਂ ਦਾ ਕਰਮ ਚੰਗਾ ਸੀ। ਪੂਰਬਲੇ ਜਨਮਾਂ ਦੇ ਕੀਤੇ ਉਸ ਚੰਗੇ ਕਰਮ ਦੀ ਬਦੌਲਤ ਉਹਨੂੰ ਆਪਣੇ ਅੰਤਲੇ ਸਮੇਂ ਵਿੱਚ ਪਰਮੇਸ਼ਰ ਚੇਤੇ ਆਇਆ। ਐਸਾ ਨਹੀਂ ਕਿ ਸਾਰੀ ਜ਼ਿੰਦਗੀ ਪਾਪ ਕਰਮ ਕਰੇ ਬੰਦਾ ਤੇ ਅੰਤਲੇ ਸਾਹਾਂ 'ਚ ਰੱਬ ਚੇਤੇ ਆ ਜਾਂਦਾ ਹੈ। ਜੋ ਸਾਰੀ ਜ਼ਿੰਦਗੀ ਕਮਾਇਆ ਹੁੰਦਾ ਅੰਤਲੇ ਸਾਹਾਂ ਵਿੱਚ ਉਹੀ ਸਭ ਕੁਝ ਸਿਮਰਤੀ ਵਿੱਚ ਆਉਂਦਾ। ਜੇ ਇਹਨੂੰ ਨਾਰਾਇਣ ਚੇਤੇ ਆਇਆ ਤਾਂ ਅਜਾ ਮਲ ਦੇ ਕੋਈ ਪੂਰਬਲੇ ਜਨਮਾਂ ਦਾ ਚੰਗਾ ਕਰਮ ਸੀ। ਮਾੜਾ ਕਰਮ ਸੀ ਕਿ ਸਾਰੀ ਜ਼ਿੰਦਗੀ ਵਿਭਚਾਰ ਭੋਗਦਾ ਰਿਹਾ, ਵਿਕਾਰ ਭੋਗਦਾ ਰਿਹਾ। ਕੋਈ ਚੰਗਾ ਕਰਮ ਆਇਆ ਅੱਗੇ ਤਾਂ ਅੰਤਲੇ ਸਾਹਾਂ ਵਿੱਚ ਨਾਰਾਇਣ ਚੇਤੇ ਆ ਗਿਆ। ਗੁਰੂ ਨੇ ਕਿਤੇ ਜੁਗਤੀ ਦੇ ਦਿੱਤੀ ਸੀ, ਅਜਾ ਮਲ ਨਹੀਂ ਜਪਦਾ ਰਾਮ ਰਾਮ ਭਜਨ ਨਹੀਂ ਕਰਦਾ ਤਾਂ ਚੱਲ ਸਭ ਤੋਂ ਛੋਟੇ ਪੁੱਤਰ ਦਾ ਨਾਂ ਹੀ ਨਾਰਾਇਣ ਰੱਖ ਛੱਡ। ਉਹਨੂੰ ਬੁਲਾਉਂਦਿਆਂ ਸ਼ਾਇਦ ਤੈਨੂੰ ਉਹ ਨਾਰਾਇਣ ਵੀ ਚੇਤੇ ਆ ਜਾਏ ਜਿਹਨੇ ਤੈਨੂੰ ਇਸ ਸੰਸਾਰ 'ਚ ਭੇਜਿਆ। ਉਹ ਜੁਗਤੀ ਗੁਰੂ ਨੇ ਦੱਸ ਦਿੱਤੀ ਸੀ ਤੇ ਕਿਸੇ ਸਾਧੂ ਦੀ ਦੱਸੀ ਹੋਈ ਜੁਗਤ ਜਿਹੜੀ ਆ ਉਹ ਛੁਟਕਾਰਾ ਕਰਾ ਦਿੰਦੀ ਹੈ। ਤੋ ਅਜਾ ਮਲ ਨੂੰ ਆਪਣੇ ਅੰਤਮ ਸਮੇਂ, ਅੰਤ ਕਾਲ ਮਹਿ, ਅੰਤਲੇ ਸਮੇਂ ਵਿੱਚ ਨਾਰਾਇਣ ਸੁਧ ਆਈ, ਨਾਰਾਇਣ ਦੀ ਸੁਧ ਆ ਗਈ। ਹੇ ਨਾਰਾਇਣ, ਹੁਣ ਤੇਰੇ ਬਿਨਾ ਮੇਰਾ ਕੋਈ ਰਾਖਾ ਨਹੀਂ ਹੈ। ਹਾਂਜੀ। ਜਾਂ ਗਤ ਕੋ ਜੋਗੀ ਸੁਰ ਬਾਂਛਤ ਸੋ ਗਤ ਛਿਨ ਮਹਿ ਪਾਈ। ਇਸ ਮੁਕਤੀ ਨੂੰ ਵੱਡੇ ਵੱਡੇ ਯੋਗੀਸ਼ਵਰ ਵੀ ਲੋਚਦੇ ਸਨ, ਉਹਨਾਂ ਨੂੰ ਵੀ ਉਹ ਮੁਕਤੀ ਨਸੀਬ ਨਹੀਂ ਸੀ ਹੁੰਦੀ। ਯੋਗੀਸ਼ਵਰ ਵੀ ਚਾਹੁੰਦੇ ਸੀ ਵੀ ਸਾਨੂੰ ਇਹ ਮੁਕਤੀ ਮਿਲ ਜਾਏ, ਪਰ ਉਹਨਾਂ ਨੂੰ ਵੀ ਉਹ ਮੁਕਤੀ ਨਹੀਂ ਮਿਲੀ। ਕਹਿੰਦੇ ਉਹ ਮੁਕਤੀ ਨਾਮ ਦੇ ਪ੍ਰਤਾਪ ਸਦਕਾ ਅਜਾ ਮਲ ਪਾਪੀ ਨੂੰ ਇੱਕ ਛਿਨ ਦੇ ਵਿੱਚ ਪ੍ਰਾਪਤ ਹੋ ਗਈ। ਉਹ ਗਤ ਕਿਹੜੀ ਸੀ? ਮੁਕਤੀ, ਜਨਮ ਮਰਨ ਤੋਂ ਬੰਦ ਖਲਾਸੀ, ਆਵਾਗਾਉਣ ਤੋਂ ਰਹਿਤ ਹੋਣ ਦੀ ਅਵਸਥਾ। ਕਹਿੰਦੇ ਇਸ ਮੁਕਤੀ ਨੂੰ ਤਾਂ ਯੋਗੀਸ਼ਰ ਵੀ ਚਾਹੁੰਦੇ ਸੀ, ਪਰ ਉਹ ਮੁਕਤੀ ਯੋਗੀਸ਼ਰਾਂ ਵਾਸਤੇ ਵੀ ਦੁਰਲਭ ਸੀ, ਉਹਨਾਂ ਨੂੰ ਵੀ ਨਸੀਬ ਨਹੀਂ ਹੋਈ। ਪਰ ਨਾਮ ਦਾ ਪ੍ਰਤਾਪ ਵੇਖੋ, ਜਦੋਂ ਅਜਾ ਮਲ ਨੇ ਨਾਮ ਨਾਲ ਸੁਰਤ ਜੋੜੀ ਤਾਂ ਉਸ ਨਾਮ ਦੇ ਪ੍ਰਤਾਪ ਸਦਕਾ
ਉਹ ਮੁਕਤੀ ਅਜਾ ਮਲ ਨੂੰ ਇੱਕ ਛਿਨ ਚ ਪ੍ਰਾਪਤ ਹੋ ਗਈ। ਯੋਗੀਸ਼ਰ ਜਿਸ ਮੁਕਤੀ ਨੂੰ ਪ੍ਰਾਪਤ ਕਰਨ ਲਈ ਯੁਗਾਂ ਤਾਈਂ ਤਪ ਕਰਦੇ ਹਨ, ਯੁਗਾਂ ਤਾਈਂ, ਫਿਰ ਵੀ ਉਹਨਾਂ ਨੂੰ ਮੁਕਤੀ ਨਸੀਬ ਨਹੀਂ ਹੁੰਦੀ। ਇਹ ਨਾਮ ਦਾ ਪ੍ਰਤਾਪ ਹੈ। ਨਾ ਹੈਨ ਗੁਣ ਨਾ ਹੈਨ ਕਛ ਵਿਦਿਆ, ਧਰਮ ਕੌਣ ਗਾਜ ਕੀਨਾ। ਬੰਦਾ ਨਾਹਕ ਗਰੂਰ ਚੁੱਕੀ ਫਿਰਦਾ, ਮੇਰੇ ਕੋਲ ਬੜੇ ਗੁਣ ਨੇ, ਮੈਂ ਬੜੀ ਵਿਦਿਆ ਪੜ੍ਹਿਆ ਹੋਇਆ, ਮੈਂ ਬੜੇ ਚੰਗੇ ਚੰਗੇ ਕੰਮ ਕਰਦਾ, ਮੈਂ ਤਾਂ ਮੁਕਤ ਹੋਵਾਂਗਾ ਹੀ। ਮਹਾਰਾਜ ਜੀ ਕਹਿੰਦੇ ਆ, ਵੇਖੋ ਉਹ ਹਾਥੀ ਦੇ ਕੋਲ ਭਲਾ ਕਿਹੜਾ ਗੁਣ ਸੀ? ਨਾ ਹੈ ਨ ਗੁਣ, ਉਹਦੇ ਕੋਲ ਕੋਈ ਗੁਣ, ਹਾਥੀ ਵਿੱਚ ਕੋਈ ਗੁਣ ਸੀਗਾ ਵੀ ਉਹ ਗਾ ਲੈਂਦਾ ਸੀ ਪਰਮੇਸ਼ਰ ਦੀ ਸਿਫਤ ਨੂੰ? ਨਾ ਉਹਦੇ ਚ ਕੋਈ ਗੁਣ ਸੀ, ਨਾ ਉਹਨੇ ਕੋਈ ਵੇਦ ਪੜ੍ਹੇ ਸੀ। ਕਿਹੜਾ ਹਾਥੀ ਨੇ ਜਾ ਕੇ ਪੁਰਾਣਾ ਦੀ ਪੜ੍ਹਾਈ ਪੜ੍ਹੀ ਸੀ, ਜਾਂ ਵੇਦ ਪੜ੍ਹੇ ਹੋਣਗੇ, ਜਾਂ ਸ਼ਾਸਤਰਾਂ ਦਾ ਅਧਿਐਨ ਕੀਤਾ ਹੋਵੇਗਾ? ਕਹਿੰਦੇ ਉਹਦੇ ਕੋਲ ਕੋਈ ਵਿਦਿਆ ਵੀ ਨਹੀਂ ਸੀ। ਤੇ ਦੱਸੋ ਖਾਂ ਭਲਾ ਗੱਜ ਦੇ ਹਾਥੀ ਨੇ ਕਿਹੜਾ ਕੋਈ ਇਹੋ ਜਿਹਾ ਚੰਗਾ ਕਰਮ ਕੀਤਾ ਸੀ? ਕਰਮ ਵੀ ਕੋਈ ਇਹੋ ਜਿਹਾ ਚੰਗਾ ਨਹੀਂ ਕੀਤਾ ਉਹਨੇ। ਹਾਂਜੀ, ਨਾਨਕ ਬਿਰਧ ਰਾਮ ਕਾ ਦੇਖੋ, ਆਪੈ ਦਾਨ ਤਿਹ ਦੀਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਬਸ ਉਹ ਸ਼ਰਨ ਚ ਪੈ ਗਿਆ ਪ੍ਰਮਾਤਮਾ ਦੀ। ਤੇ ਵੇਖੋ ਮੇਰੇ ਸਾਹਿਬ ਦਾ ਬਿਰਦ, ਰਾਮ ਦਾ ਬਿਰਦ ਵੇਖੋ, ਇੱਕ ਛਿਨ ਦੇ ਵਿੱਚ ਉਸ ਗੱਜ ਨੂੰ, ਹਾਥੀ ਨੂੰ ਅਪੈ ਪਦਵੀ ਦਾ ਦਾਨ ਦੇ ਦਿੱਤਾ। ਸ਼ਰਨ ਚ ਹੀ ਪਿਆ ਨਾ, ਕੋਈ ਹਾਥੀ ਵਿੱਚ ਗੁਣ ਨਹੀਂ ਸੀ, ਉਹਦੇ ਵਿੱਚ ਕੋਈ ਵਿਦਿਆ ਨਹੀਂ ਸੀ, ਉਹਨੇ ਕੋਈ ਕਰਮ ਨਹੀਂ ਸਨ ਚੰਗੇ ਕੀਤੇ, ਉਹਨੇ ਕੋਈ ਲੰਗਰ ਨਹੀਂ ਸਨ ਲਾਏ, ਉਹਨੇ ਕੋਈ ਪਿਆਉ ਨਹੀਂ ਸਨ ਲਾਏ ਚੰਗੇ ਕਰਮਾਂ ਦੇ। ਬਸ ਸ਼ਰਨ ਚ ਹੀ ਪਿਆ। ਤੇ ਸ਼ਰਨ ਚ ਪੈਣ ਕਰਕੇ ਵਾਹਿਗੁਰੂ ਨੇ, ਰਾਮ ਨੇ ਆਪਣਾ ਬਿਰਦ ਪਛਾਣਿਆ। ਵੇਖੋ ਰਾਮ ਦਾ ਬਿਰਦ, ਉਹਨੇ ਇੱਕ ਛਿਨ ਮਾਤਰ ਦੇ ਸਮੇਂ ਵਿੱਚ ਉਸ ਗੱਜ ਨੂੰ, ਹਾਥੀ ਨੂੰ ਅਪੈ ਪਦਵੀ ਦਾ ਦਾਨ ਦੇ ਦਿੱਤਾ। ਤੇ ਬੰਦਿਆ, ਜੇ ਤੂੰ ਸ਼ਰਨ ਚ ਪਵੇਂ, ਕੀ ਉਹ ਤੈਨੂੰ ਨਾ ਤਾਰੇਗਾ? ਤੂੰ ਉਹਨੂੰ ਸਿਮਰੇ ਤੇ ਕੀ ਉਹ ਤੈਨੂੰ ਮੁਕਤ ਨਾ ਕਰੇਗਾ? ਹਾਂਜੀ, ਰਾਮ ਕਲੀ ਮਹੱਲਾ ਨਾਵਾ, ਸਾਧੋ ਕੌਣ ਜੁਗਤ ਅਭ ਕੀਜੈ। ਨੌਵੇਂ ਪਾਤਸ਼ਾਹ ਫਰਮਾਉਂਦੇ ਆ, ਕਹਿੰਦੇ ਸਾਧੋ ਇਹੋ ਜੀ ਕਿਹੜੀ ਜੁਗਤੀ ਦੀ ਵਿਚਾਰ ਕਰੀਏ, ਕਿਹੜੀ ਵਿਚਾਰ ਵਿਚਾਰਨੀ ਚਾਹੀਦੀ ਹੈ? ਜਾਂ ਤੇ ਦੁਰਮਤ ਸਗਲ ਬਿਨਾਸੈ, ਰਾਮ ਭਗਤ ਮਨ ਭੀਜੈ। ਕਿਹੜੀ ਜੁਗਤੀ, ਕਿਹੜਾ ਉਪਾਅ ਕਰੀਏ ਕਿ ਜਿਹਦੇ ਨਾਲ ਸਾਡੇ ਅੰਦਰੋਂ ਭੈੜੀ ਤੇ ਖੋਟੀ ਮਤ ਬਿਨਸ ਜਾਏ ਤੇ ਰਾਮ ਦੀ ਭਗਤੀ ਵਿੱਚ ਸਾਡਾ ਮਨ ਭਿੱਜ ਜਾਵੇ? ਕਿਹੜਾ ਉਪਾਅ ਕਰੀਏ? ਇਹੋ ਜੀ ਕਿਹੜੀ ਜੁਗਤੀ ਲੜਾਈਏ ਕਿ ਸਾਡੀ ਦੁਰਮਤ ਬਿਨਸ ਜਾਏ, ਸਾਡੀ ਖੋਟੀ ਮਤ ਅੰਦਰੋਂ ਬਿਨਸ ਜਾਏ, ਔਰ ਰਾਮ ਦੀ ਭਗਤੀ ਵਿੱਚ ਸਾਡਾ ਮਨ ਤਦਾਕਾਰ ਹੋ ਕੇ ਭਿੱਜ ਜਾਵੇ? ਕਿਹੜੀ ਜੁਗਤੀ ਕਰੀਏ? ਇਹੋ ਜਿਹਾ ਕਿਹੜਾ ਉਪਾਅ ਸੋਚੀਏ? ਰਹਾਉ ਮਨ ਮਾਇਆ ਮਹਿ ਉਰਝ ਰਹਿਓ ਹੈ, ਬੂਝੈ ਨਹਿ ਕਛ ਗਿਆਨਾ। ਸਾਡਾ ਇਹ ਮਨ ਮਾਇਆ ਦੇ ਵਿੱਚ ਉਲਝ ਰਿਹਾ ਹੈ, ਮਾਇਆ ਵਿੱਚ ਹੀ ਉਲਝ ਰਿਹਾ ਹੈ, ਇਹਨੂੰ ਕੁਝ ਵੀ ਗਿਆਨ ਨਹੀਂ ਸੁਝਦਾ। ਜਦੋਂ ਬੰਦਾ ਉਲਝਿਆ ਹੋਵੇ ਉਹਨੂੰ ਕੁਝ ਸੁਝਦਾ ਹੀ ਨਹੀਂ। ਉਲਝਦਾ ਹੀ ਉਦੋਂ ਹੈ ਜਦੋਂ ਗਿਆਨ ਨਾ ਹੋਵੇ। ਜਦੋਂ ਪਤਾ ਹੋਵੇ ਸਭ ਕੁਝ ਵੀ ਇਹ ਕੀ ਹੈ, ਫਿਰ ਤਾਂ ਨਹੀਂ ਉਲਝਦਾ। ਕਹਿੰਦੇ ਇਹਨੂੰ ਗਿਆਨ ਨਹੀਂ ਸੁਝਦਾ। ਮਾਇਆ ਦੇ ਨਸ਼ੇ ਦੇ ਵਿੱਚ ਇਸ ਜੀਵ ਦਾ ਮਨ ਉਲਝਿਆ ਹੋਇਆ ਹੈ। ਕੌਣ ਨਾਮ ਜਗ ਜਾ ਕੈ ਸਿਮਰੈ, ਪਾਵੈ ਪਦ ਨਿਰਬਾਨਾ। ਕਿਹੜਾ ਇਹੋ ਜਿਹਾ ਨਾਮ ਇਸ ਜਗਤ ਵਿੱਚ ਸਿਮਰੀਏ
ਜਿਸ ਨਾਮ ਨੂੰ ਸਿਮਰ ਕੇ ਸਾਨੂੰ ਨਿਰਵਾਣ ਪਦਵੀ ਦੀ ਪ੍ਰਾਪਤੀ ਹੋਵੇ। ਇਹੋ ਜਿਹਾ ਕਿਹੜਾ ਨਾਮ ਹੈ ਇਸ ਜਗਤ ਵਿੱਚ ਜਿਸ ਦਾ ਸਿਮਰਨ ਕੀਤਿਆਂ ਸਾਨੂੰ ਨਿਰਵਾਣ ਪਦਵੀ ਦੀ ਪ੍ਰਾਪਤੀ ਹੋ ਜਾਵੇ। ਭਏ ਦਇਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ। ਕਹਿੰਦੇ ਜਦੋਂ ਅੰਦਰੋਂ ਇਹ ਜਗਿਆਸਾ ਹੋਈ ਨਾ ਜਾਣਨ ਦੀ ਵੀ ਕਿਹੜੀ ਜੁਗਤੀ ਨਾਲ ਦੁਰਮਤ ਬਿਨਸੇ, ਕਿਹੜਾ ਨਾਮ ਸਿਮਰੀਏ ਇਸ ਜਗਤ ਦੇ ਵਿੱਚ ਕਿ ਸਾਡੀ ਬੰਦ ਖਲਾਸੀ ਹੋ ਜਾਵੇ, ਨਿਰਵਾਣ ਪਦਵੀ ਮਿਲ ਜਾਵੇ, ਤਾਂ ਕਹਿੰਦੇ ਫਿਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਪਿਆਰੇ ਸਾਡੇ ਤੇ ਦਿਆਲ ਹੋਏ। ਭਏ ਦਇਆਲ ਕਿਰਪਾਲ ਸੰਤ ਜਨ। ਸੰਤ ਜਨ ਕਿਰਪਾ ਦੇ ਘਰ ਵਿੱਚ ਆਏ, ਸੰਤ ਜਨਾਂ ਨੇ ਸਾਡੇ ਤੇ ਦਇਆ ਕੀਤੀ, ਤਬ ਇਹ ਬਾਤ ਬਤਾਈ। ਫਿਰ ਉਹਨਾਂ ਨੇ ਗੱਲ ਦੱਸੀ ਸਾਨੂੰ, ਫਿਰ ਉਹਨਾਂ ਨੇ ਸਾਨੂੰ ਇਹ ਬਾਤ ਦੱਸੀ, ਇਹ ਉਪਾਅ ਦੱਸਿਆ। ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤ ਗਾਈ। ਉਹਨਾਂ ਆਖਿਆ ਭਾਈ ਇੱਕੋ ਉਪਾਅ ਹੈ ਦੁਰਮਤ ਦੇ ਨਾਸ ਕਰਨ ਦਾ, ਤੇ ਉਹ ਹੈ ਪਰਮੇਸ਼ਰ ਦੀ ਕੀਰਤੀ ਗਾਇਨ ਕਰੋ। ਉੱਪਰ ਸਵਾਲ ਸੀ ਨਾ ਵੀ ਕਿਹੜੀ ਜੁਗਤੀ ਨਾਲ ਖੋਟੀ ਮਤ ਬਿਨਸੇ ਤੇ ਰਾਮ ਦੀ ਭਗਤੀ 'ਚ ਮਨ ਭਿੱਜ ਜਾਵੇ, ਤਾਂ ਪਾਤਸ਼ਾਹ ਇੱਥੇ ਜਵਾਬ ਦਿੰਦੇ ਕਿ ਮਹਾਂਪੁਰਸ਼ਾਂ ਸਾਧੂਆਂ ਨੇ ਸਾਨੂੰ ਦੱਸਿਆ, ਇਹ ਗੱਲ ਦੱਸੀ ਕਿ ਪਰਮੇਸ਼ਰ ਦੀ ਕੀਰਤੀ ਗਾਇਨ ਕਰੋ। ਜਦੋਂ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਗਾਇਨ ਕਰੋਗੇ ਤੇ ਪਰਮੇਸ਼ਰ ਦੀ ਕੀਰਤੀ ਗਾਇਨ ਕਰਨ ਵਿੱਚ ਹੀ ਸਾਰੇ ਧਰਮ ਨੇ। ਸਰਬ ਧਰਮ ਮਾਨੋ ਤਿਹ ਕੀਏ। ਜਦੋਂ ਤੁਸੀਂ ਪਰਮੇਸ਼ਰ ਦੀ ਕੀਰਤੀ ਗਾਓਗੇ ਤਾਂ ਸਮਝ ਲਓ ਤੁਸੀਂ ਸਾਰੇ ਧਰਮ ਕਮਾ ਲਏ, ਸਾਰੇ ਧਰਮ ਕਮਾ ਲਏ। ਜਿੰਨੇ ਧਰਮ ਕਹੇ ਨੇ ਸੰਸਾਰ 'ਚ, ਧਰਮ ਨਾਮ ਖਾਲਸਾ ਜੀ ਮਤ ਦਾ ਨਹੀਂ ਹੈ। ਧਰਮ ਉਹ ਹੈ ਜਿਹੜਾ ਵਿਆਪਕ ਹੋ ਕੇ ਸਾਰੇ ਜਗਤ ਦੇ ਜੀਵ ਧਾਰਨ ਕਰਦੇ ਹਨ। ਸਾਧਾਰਨ ਤੇ ਅਸਾਧਾਰਨ ਦੋ ਪ੍ਰਕਾਰ ਦੇ ਧਰਮਾਂ ਦਾ ਵਰਣਨ ਹੈ। ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਕੀਰਤੀ ਗਾਇਨ ਕਰੀਏ ਤਾਂ ਨਿਰੰਕਾਰ ਦੀ ਕੀਰਤੀ ਨੂੰ ਗਾਇਨ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਸਮਝ ਲਓ ਵੀ ਤੁਸੀਂ ਸਾਰੇ ਧਰਮ ਕਰ ਲਏ, ਉਹਦੇ 'ਚ ਸਾਰੇ ਧਰਮ ਆ ਗਏ। ਉਰੇ ਉਹ ਉਪਾਅ ਹੈ ਜਿਸ ਉਪਾਅ ਨਾਲ ਖੋਟੀ ਮਤ ਬਿਨਸਦੀ ਹੈ। ਪਰਮੇਸ਼ਰ ਦੀ ਕੀਰਤੀ ਨੂੰ ਗਾਇਨ ਕਰਨਾ ਇਹ ਉਹ ਜੁਗਤੀ ਹੈ ਜਿਹਦੇ ਨਾਲ ਰਾਮ ਦੀ ਭਗਤੀ ਵਿੱਚ ਇਹ ਮਨ ਭਿੱਜਦਾ ਹੈ। ਹਾਂਜੀ, ਰਾਮ ਨਾਮ ਨਰ ਨਿਸਬਾ ਸੁਰ ਮਹਿ ਨਿਮਖ ਏਕ ਉਰ ਧਾਰੈ। ਉੱਪਰ ਇੱਕ ਹੋਰ ਸਵਾਲ ਸੀ ਕਿ ਕਿਹੜਾ ਨਾਮ ਜਪੀਏ, ਕੌਣ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਬਾਨਾ। ਕਿਹੜਾ ਨਾਮ ਇਸ ਜਗਤ 'ਚ ਸਿਮਰੀਏ ਕਿ ਸਾਨੂੰ ਨਿਰਬਾਨ ਪਦਵੀ ਮਿਲ ਜਾਏ। ਕਿਸੇ ਆਖਿਆ ਫਲਾਣੇ ਦੇਵ ਦਾ ਨਾਮ ਜਪੋ, ਕਿਸੇ ਆਖਿਆ ਅਮਕੇ ਦੇਵ ਦਾ ਨਾਮ ਜਪੋ, ਪਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪੋ। ਜੇ ਕੋਈ ਪੁੱਛੇ ਵੀ ਕਿਹੜਾ ਨਾਮ ਜਪੀਏ, ਕਹਿੰਦੇ ਪਰਮੇਸ਼ਰ ਦਾ ਨਾਮ ਜਪੋ। ਫਿਰ ਸਵਾਲ ਉੱਠਦਾ ਹੈ ਮਹਾਰਾਜ ਪਰਮੇਸ਼ਰ ਦੇ ਨਾਂ ਵੀ ਅਨੇਕਾਂ ਨੇ, ਪਰਮੇਸ਼ਰ ਦੇ ਅਨੇਕਾਂ ਨਾਵਾਂ ਵਿੱਚੋਂ ਕਿਹੜਾ ਨਾਂ ਜਪੀਏ ਪਰਮੇਸ਼ਰ ਦਾ? ਤਾਂ ਮਹਾਂਪੁਰਸ਼ ਕਹਿੰਦੇ ਆ ਜਿਹੜਾ ਤੁਹਾਨੂੰ ਪੰਜਾਂ ਪਿਆਰਿਆਂ ਨੇ ਦਿੱਤਾ ਹੈ, ਗੁਰੂ ਨੇ ਦਿੱਤਾ ਹੈ, ਉਹ ਜਪੋ। ਕਹਿੰਦੇ ਫਿਰ ਜਿਹੜੇ ਬਾਕੀ ਦੇ ਨਾਂ ਨੇ ਉਹ ਨਹੀਂ ਤਾਰਨਗੇ, ਜਿਹੜਾ ਗੁਰੂ ਨੇ ਦਿੱਤਾ ਨਾਮ ਉਹੀ ਤਾਰੇਗਾ। ਕਿ ਫਿਰ ਬਾਕੀ ਦੇ ਨਾਵਾਂ 'ਚ ਸ਼ਕਤੀ ਨਹੀਂ ਪਰਮੇਸ਼ਰ ਦੇ? ਤਾਂ ਸਾਹਿਬ ਉਦਾਹਰਣ ਦਿੰਦੇ ਨੇ, ਗੁਰ ਪ੍ਰਤਾਪ ਵਿੱਚ ਬਚਨ ਆਉਂਦਾ ਕਿ ਨਦੀ ਦੇ ਕਿਨਾਰੇ ਤੇ ਕਿਸ਼ਤੀਆਂ ਖੜੀਆਂ ਨੇ, ਇੱਕ ਕਿਸ਼ਤੀ 'ਚ ਮਲਾਹ ਬੈਠਾ, ਉਹਦੀ ਵਾਰੀ ਹੈ, ਤੁਸੀਂ ਉਹਦੇ 'ਚ ਬੈਠੋਗੇ ਤੇ ਪਾਰ ਉਤਰੋਗੇ ਨਾ, ਉਹ ਮਲਾਹ ਬੈਠਾ ਉਤਾਰੇਗਾ। ਕਿਸ਼ਤੀਆਂ ਦੂਜੀਆਂ ਵੀ ਤਾਰ ਸਕਦੀਆਂ ਨੇ ਪਰ ਉਹਨਾਂ ਵਿੱਚ ਮਲਾਹ ਕੋਈ ਨਹੀਂ ਹੈ। ਨਾਮ ਸਾਰੇ ਪਰਮੇਸ਼ਰ ਦੇ ਤਾਰਨੇ ਵਾਲੇ ਨੇ, ਪਰ ਜਿਸ ਨਾਮ ਦੇ ਉੱਤੇ ਗੁਰੂ ਰੂਪੀ ਮਲਾਹ ਹੋਵੇ
ਉਹੀ ਨਾਮ ਤੁਹਾਨੂੰ ਇਸ ਭਵ ਸਾਗਰ ਤੋਂ ਤਾਰੇਗਾ। ਨਾਮ ਦੀ ਜਿਹੜੀ ਚੇਤਨਤਾ ਹੈ ਨਾ, ਸ਼ਕਤੀ ਚੇਤਨਤਾ, ਉਹ ਗੁਰੂ ਨੇ ਜਗਾਈ ਹੈ। ਇਸ ਕਰਕੇ ਗੁਰੂ ਪਾਤਸ਼ਾਹ ਨੇ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਦਿੱਤਾ ਹੈ, ਮਹਾਰਾਜ ਜੀ ਕਹਿੰਦੇ ਰਾਤ ਦਿਨ ਉਸ ਨਾਮ ਨੂੰ ਜਪੋ, ਰਾਮ ਨਾਮ ਨਰ ਨਿਸਬਾਸਰ ਮਹਿ। ਰਾਤ ਦਿਨ ਨਿਮਖ ਏਕ ਔਰ ਧਾਰੈ। ਕਹਿੰਦੇ ਜੇ ਤੂੰ ਇੱਕ ਨਿਮਖ ਮਾਤਰ ਵੀ ਇਹਨੂੰ ਆਪਣੇ ਹਿਰਦੇ 'ਚ ਧਾਰਨ ਕਰ ਲਵੇ, ਜਮ ਕੋ ਤਰਾਸ ਮਿਟੈ ਨਾਨਕ, ਤਿਹ ਆਪਣੋ ਜਨਮ ਸਵਾਰੈ। ਕਹਿੰਦੇ ਉਹਦੇ ਜੰਮਾਂ ਦਾ ਤਰਾਸ ਮਿਟ ਜਾਂਦਾ ਹੈ। ਜਿਹੜਾ ਇਹਨੂੰ ਨਾਮ ਨੂੰ ਨਿਮਖ ਮਾਤਰ ਵੀ ਆਪਣੇ ਹਿਰਦੇ 'ਚ ਧਾਰ ਲੈਂਦਾ ਹੈ, ਉਹਦੇ ਜੰਮਾਂ ਦਾ ਤਰਾਸ ਡਰ ਨਿਰਵਿਰਤ ਹੋ ਜਾਂਦਾ ਹੈ ਔਰ ਉਹ ਆਪਣੇ ਜਨਮ ਨੂੰ ਸਵਾਰ ਲੈਂਦਾ ਹੈ। ਤੇ ਇਹ ਆਪਣੋ ਜਨਮ ਸਵਾਰ, ਉਹ ਆਪਣਾ ਜਨਮ ਸਵਾਰ ਲੈਂਦਾ ਹੈ। ਰਾਮ ਕਲੀ ਮਹੱਲਾ ਨਾਵਾ, ਪ੍ਰਾਨੀ ਨਾਰਾਇਣ ਸੁਧ ਲੇਹ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਪ੍ਰਾਣੀ, ਉਸ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੁਧ ਲੈ, ਭਾਵ ਉਸ ਦਾ ਧਿਆਨ ਧਾਰਨ ਕਰ। ਛਿਨ ਛਿਨ ਔਦ ਕਟੈ ਨਿਸਬਾਸੁਰ, ਬ੍ਰਿਥਾ ਜਾਤ ਹੈ ਦੇਹ। ਛਿਨ ਛਿਨ ਕਰਕੇ ਤੇਰੀ ਔਦ ਰਾਤ ਦਿਨ ਕਰਕੇ ਘਟ ਰਹੀ ਹੈ। ਤੇ ਮਹਾਰਾਜ ਜੀ ਕਹਿੰਦੇ ਜਦੋਂ ਇਹ ਸਾਰੀ ਜ਼ਿੰਦਗੀ ਬੀਤ ਗਈ ਤੇ ਤੇਰੀ ਇਹ ਦੇਹ, ਤੇਰੀ ਇਹ ਮਨੁੱਖਾ ਦੇਹ ਜਿਹੜੀ ਬੜੀ ਦੁਰਲਭ ਤੇ ਨਾਯਾਬ ਹੈ, ਇਹ ਬਿਰਥਾ ਚਲੀ ਜਾਵੇਗੀ। ਛਿਨ ਛਿਨ ਕਰਕੇ ਤੇਰੀ ਔਦ ਘਟ ਰਹੀ ਹੈ, ਰਾਤ ਦਿਨ ਕਰਕੇ ਤੇਰੀ ਜ਼ਿੰਦਗੀ ਬੀਤ ਰਹੀ ਹੈ ਔਰ ਤੇਰੀ ਇਹ ਦੇਹ ਵਿਅਰਥ ਜਾ ਰਹੀ ਹੈ। ਰਹਾਉ ਤਰਨਾਪੋ ਬਿਖਿਆਨ ਸਿਓ ਖੋਇਓ। ਤਰਨਾਪੋ, ਤਰਨਾਪੋ ਯਾਨੀ ਕਿ ਜਵਾਨੀ। ਤਰਨਾਪੋ ਓ ਹੀ ਗਇਓ, ਲਿਓ ਜਰਾ ਤਨ ਜੀਤ। ਜਵਾਨੀ ਕਹਿੰਦੇ ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਵਿੱਚ ਹੀ ਖੋ ਦਿੱਤੀ, ਗਵਾ ਦਿੱਤੀ। ਤਰਨਾਪੋ ਬਿਖਿਆਨ ਸਿਓ ਖੋਇਓ, ਵਿਸ਼ਿਆਂ ਤੇ ਵਿਕਾਰਾਂ ਵਿੱਚ ਲੱਗ ਕੇ ਤੈਂ ਆਪਣੀ ਜਵਾਨੀ ਗਵਾ ਦਿੱਤੀ ਹੈ। ਜਰਾ ਜੀਵਨ ਜੋ ਬਨ ਗਿਆ, ਕਿਛ ਕੀਆ ਨਾ ਨੀਕਾ। ਇਹੋ ਜੀ ਅਰਾ ਨਿਰਮੋਲ ਕੋ ਕੌਡੀ ਲਗ ਮੀਕਾ। ਕਹਿੰਦੇ ਆਪਣੀ ਜਵਾਨੀ ਵਿਸ਼ਿਆਂ ਤੇ ਵਿਕਾਰਾਂ ਦੇ ਵਿੱਚ ਬਤੀਤ ਕਰ ਦਿੱਤੀ। ਬਾਲਪਨ ਅਗਿਆਨਾ, ਔਰ ਬਾਲਪਨੇ ਦੀ ਜਿਹੜੀ ਅਵਸਥਾ ਸੀ ਉਹਦਾ ਗਿਆਨਤਾ ਵਿੱਚ ਲੰਘ ਗਈ, ਪਤਾ ਹੀ ਨਹੀਂ ਸੀ, ਸੋਝੀ ਨਹੀਂ ਸੀ। ਜਵਾਨੀ ਵਿਕਾਰਾਂ ਵਿੱਚ ਕੱਢ ਦਿੱਤੀ ਤੇ ਜਿਹੜਾ ਬਚਪਨ ਸੀ ਉਹ ਅਚੇਤ ਪੁਣੇ ਵਿੱਚ ਗਵਾ ਦਿੱਤਾ। ਬਾਲ ਜਵਾਨੀ ਅਰ ਬਿਰਧ ਫੋਨ ਤੀਨ ਅਵਸਥਾ ਜਾਨ। ਬਚਪਨ ਦੀ ਜਿਹੜੀ ਉਮਰ ਸੀ ਉਹ ਅਣਜਾਣ ਪੁਣੇ ਵਿੱਚ, ਅਗਿਆਨਤਾ ਵਿੱਚ ਬਤੀਤ ਕਰ ਦਿੱਤੀ। ਬਿਰਧ ਭਇਓ ਅਜਹੂ ਨਹੀਂ ਸਮਝੈ। ਕੌਲੇ ਆ ਗਏ, ਬੁੱਢਾ ਹੋ ਗਿਆ, ਕਹਿੰਦੇ ਹਾਲੇ ਵੀ ਨਹੀਂ ਸਮਝਦਾ। ਹੁਣ ਤਾਂ ਸਮਝ ਜਾਣਾ ਚਾਹੀਦਾ ਸੀ। ਬਚਪਨ ਅਣਜਾਣ ਪੁਣੇ 'ਚ ਬੀਤ ਗਿਆ, ਜਵਾਨੀ ਵਿਕਾਰਾਂ ਵਿੱਚ ਬਤੀਤ ਕਰ ਦਿੱਤੀ। ਘਟੋ ਘਟ ਹੁਣ ਧੌਲੇ ਆ ਗਏ ਨੇ, ਹੁਣ ਤਾਂ ਸਮਝ ਜਾ। ਕਹਿੰਦੇ ਬਿਰਧ ਹੋ ਗਿਆ, ਹਾਲੇ ਵੀ ਨਹੀਂ ਸਮਝਦਾ। ਕੌਣ ਕੁਮਤ ਉਰਜਾਨਾ, ਕਹਿੰਦੇ ਖਬਰੇ ਕਿਹੜੀ ਖੋਟੀ ਮੱਤ ਦੇ ਵਿੱਚ ਉਲਝਿਆ ਹੋਇਆ, ਨਿਕਲਦਾ ਹੀ ਨਹੀਂ ਉਹਦੇ ਚੋਂ। ਕੌਣ ਕੁਮਤ, ਕਿਹੜੀ ਖੋਟੀ ਮੱਤ ਹੈ ਜਿਹਦੇ ਵਿੱਚ ਉਲਝਿਆ ਹੋਇਆ, ਉਹਦੇ ਵਿੱਚੋਂ ਨਿਕਲਣ ਦਾ ਯਤਨ ਹੀ ਨਹੀਂ ਕਰਦਾ। ਹਾਂਜੀ, ਮਾਨਸ ਜਨਮ ਦਿਓ ਜਿਹ ਠਾਕੁਰ। ਮਹਾਰਾਜ ਜੀ ਕਹਿੰਦੇ ਮਨੁੱਖਾ ਜਨਮ ਤੈਨੂੰ ਜਿਸ ਵਾਹਿਗੁਰੂ ਨੇ, ਠਾਕੁਰ ਨੇ, ਪਾਰ ਬ੍ਰਹਮ ਨੇ, ਪਰਮੇਸ਼ਰ ਨੇ ਦਿੱਤਾ, ਸੋ ਤੈ ਕਿਉ ਬਿਸਰਾਇਓ। ਬੰਦਿਆ ਤੂੰ ਉਹਨੂੰ ਆਪਣੇ ਹਿਰਦੇ ਚੋਂ ਕਿਉਂ ਵਿਸਾਰਦਾ? ਜਿਹਨੇ ਤੈਨੂੰ ਇਹ ਮਨੁੱਖਾ ਦੇਹ ਦਿੱਤੀ ਹੈ, ਜਿਸ ਨੇ ਤੈਨੂੰ ਅਰੋਗ ਕੰਚਨ ਦੇਹੀ ਦਿੱਤੀ ਹੈ,
ਉਹਨੂੰ ਤੂੰ ਆਪਣੇ ਹਿਰਦੇ ਚੋਂ ਕਿਉਂ ਵਿਸਾਰਦਾ ਹੈ? ਮੁਕਤ ਹੋਤ ਨਰ ਜਾ ਕੈ ਸਿਮਰੈ। ਉਹ ਦਾਤਾ ਇਹੋ ਜਿਹਾ ਹੈ ਕਿ ਉਸ ਦਾ ਸਿਮਰਨ ਕੀਤਿਆਂ ਜੀਵ ਮੁਕਤ ਹੋ ਜਾਂਦੇ ਹਨ। ਉਹਦਾ ਨਾਮ ਸਿਮਰੀਏ, ਉਹਨੂੰ ਯਾਦ ਕਰੀਏ ਤਾਂ ਇਹ ਨਰ ਮੁਕਤ ਹੋ ਜਾਂਦਾ ਹੈ। ਨਿਮਖ ਨਾ ਤਾ ਕੋ ਗਾਇਓ। ਜਿਸ ਦਾ ਸਿਮਰਨ ਕੀਤਿਆਂ ਜੀਵ ਮੁਕਤ ਹੋ ਜਾਂਦਾ ਹੈ। ਹੇ ਬੰਦਿਆ, ਤੂੰ ਇੱਕ ਨਿਮਖ ਮਾਤਰ ਵੀ ਉਹਦਾ ਜਸ ਨਹੀਂ ਗਾਇਆ। ਨਿਮਖ ਨਾ ਤਾ ਕੋ ਗਾਇਓ, ਇੱਕ ਨਿਮਖ ਮਾਤਰ ਦਾ ਸਮਾਂ ਵੀ ਤੂੰ ਉਹਨੂੰ ਗਾਇਨ ਨਹੀਂ ਕੀਤਾ, ਉਹਦਾ ਜਸ ਨਹੀਂ ਗਾਇਆ। ਮਾਇਆ ਕੋ ਮਦ ਕਹਾ ਕਰਤ ਹੈ। ਆ ਮਾਇਆ ਦਾ ਹੰਕਾਰ ਕਾਹਦਾ ਕਰਦਾ ਵੀ ਮੇਰੇ ਕੋਲ 4 ਛਿੱਲੜ ਦੇ ਸੰਸਾਰ ਦੇ ਰੁਤਬੇ ਨੇ। ਆ ਦੁਨੀਆ ਦਾ ਜਾਂ ਇਹ ਮਾਇਆ ਦਾ ਕਾਹਦਾ ਹੰਕਾਰ ਕਰਦਾ? ਸੰਗ ਨਾ ਕਾਹੂ ਜਾਈ। ਇਹਨਾਂ ਵਿੱਚੋਂ ਕੁਝ ਵੀ ਨਾਲ ਨਹੀਂ ਜਾਣਾ। ਕਾਹਦਾ ਹੰਕਾਰ ਕਰਦਾ? ਕਾਹਦੀ ਮੈਂ ਮੇਰੀ ਚੁੱਕੀ ਫਿਰਦਾ? ਸਾਹਿਬ ਕਹਿੰਦੇ ਨਾ ਵਿੱਚੋਂ ਸੰਗ ਨਹੀਂ, ਕੁਝ ਵੀ ਨਾਲ ਨਹੀਂ ਜਾਣਾ। ਨਾਨਕ ਕਹਿਤ ਚੇਤ ਚਿੰਤਾ ਮਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਸ ਚਿੰਤਾਮਣੀ ਵਾਹਿਗੁਰੂ ਨੂੰ ਚੇਤ। ਉਹ ਚਿੰਤਾਮਣੀ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲਾ ਤੇ ਚਿਤਵਨੀਆਂ ਨੂੰ ਪੂਰੀਆਂ ਕਰਨ ਵਾਲਾ। ਉਸ ਚਿੰਤਾਮਣੀ ਵਾਹਿਗੁਰੂ ਪਰਮੇਸ਼ਰ ਨੂੰ ਚੇਤ, ਉਹਨੂੰ ਯਾਦ ਕਰ। ਹੋਏ ਹੈ ਅੰਤ ਸਹਾਈ। ਉਸੇ ਨੇ ਅੰਤ ਵੇਲੇ ਤੇਰੇ ਸਹਾਈ ਹੋਣਾ, ਤੇਰੇ ਮਦਦਗਾਰ ਹੋ ਕੇ ਤੇਰੇ ਨਾਲ ਨਿਭਣਾ। ਪਾਤਸ਼ਾਹ ਕਹਿੰਦੇ ਉਹਨੂੰ ਚੇਤ ਮਨਾ, ਉਹਨੂੰ ਯਾਦ ਕਰ ਜਿਸ ਨੇ ਅੰਤਮ ਸਮੇਂ ਤੇਰੀ ਸਹਾਇਤਾ ਕਰਨੀ ਹੈ। ਰੇ ਮਨ ਓਟ ਲੈ ਹੋ ਹਰ ਨਾਮਾ, ਰੇ ਮਨ ਓਟ ਲੈ ਹੋ ਹਰ ਨਾਮਾ। ਰੇ ਮਨ ਓਟ ਲੈ ਹੋ ਹਰ ਨਾਮਾ, ਰੇ ਮਨ ਓਟ ਲੈ ਹੋ ਹਰ ਨਾਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਰੇ ਮਨ ਓਟ ਲਹੋ ਹਰ ਨਾਮਾ, ਰੇ ਮਨ ਓਟ ਲਹੋ ਹਰ ਨਾਮਾ। ਮਨ ਓਟ ਲਹੋ ਹਰ ਨਾਮਾ, ਰੇ ਮਨ ਓਟ ਲਹੋ ਹਰ ਨਾਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।